ਵਾਹਿਗੁਰੂ 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 ਧੰਨ ਗੁਰੂ ਨਾਨਕ ਸਾਹਿਬ। ਜਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਸਾਹਿਬ ਕਮਾਲ ਦੋ ਜਹਾਨ ਦੇ ਵਾਲੀ ਸ਼ਬਦ ਅਵਤਾਰ ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਜੀ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਕਬੀਰ ਸਾਹਿਬ ਦਾ ਬਚਨ ਹੈ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਦਾਰ, ਜਿਉ ਮਨ ਫਲ ਪਾਕੇ ਭੁਰੇ ਗਏ, ਬਹੁ ਨਾ ਲਾਗੇ ਡਾਰ। ਕਬੀਰ ਸਾਹਿਬ ਦੇ ਕਹਿਣ ਤੋਂ ਭਾਵ ਹੈ ਕਿ ਆ ਜਿਹੜਾ ਮਨੁੱਖਾ ਜਨਮ ਹੈ ਬੇਤਹਾਸ਼ਾ ਕੀਮਤੀ ਜੀਵਨ ਹੈ। ਤੇ ਅੱਗੇ ਸਵਾਲ ਸਾਡੇ ਮਨ 'ਚ ਪੈਦਾ ਹੁੰਦਾ ਫਿਰ ਇਹ ਮਿਲਿਆ ਕਾਹਦੇ ਲਈ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਭਈ ਪ੍ਰਾਪਤ ਮਨੁੱਖ ਦੇ ਹੋਇਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਹਿੰਦੇ ਕਿ ਇਹ ਜਨਮ 84 ਲੱਖ ਜੂਨੀ ਹੈ, ਇਹ 84 ਲੱਖ ਜੂਨੀ ਵਿੱਚੋਂ ਇੱਕੋ ਮਨੁੱਖਾ ਜਨਮ ਹੈ ਜਿਹਦੇ ਵਿੱਚ ਪ੍ਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ, ਜਿਹਦੇ ਵਿੱਚੋਂ ਸਾਨੂੰ ਜੰਮਣ ਮਰਨ ਤੋਂ ਮੁਕਤੀ ਪ੍ਰਾਪਤ ਹੋ ਸਕਦੀ ਹੈ। ਜਿਹੜੇ ਦੁੱਖ ਗਿਣੇ ਗਏ ਨੇ ਇਸ ਜੀਵਨ ਦੇ, ਉਹਨਾਂ ਦੁੱਖਾਂ ਦੇ ਵਿੱਚੋਂ ਸਭ ਤੋਂ ਵੱਡਾ ਦੁੱਖ ਵਿਛੋੜੇ ਦਾ ਗਿਣਿਆ ਗਿਆ ਹੈ। ਪਰਮਾਤਮਾ ਦੇ ਨਾਲੋਂ ਆਤਮਾ ਦਾ, ਸਾਡਾ ਜੀਵ ਆਤਮਾ ਦਾ ਵਿਛੋੜਾ ਸਭ ਤੋਂ ਵੱਡਾ ਦੁੱਖ ਹੈ। ਜਨਮ ਲੈਣਾ ਹੀ ਮਨ ਨੂੰ ਸਭ ਤੋਂ ਵੱਡਾ ਦੁੱਖ ਹੈ। ਕਿਉਂਕਿ ਜੇ ਜਨਮ ਹੈ ਨਾ, ਫਿਰ ਮਰਨ ਲਾਜ਼ਮੀ ਹੋਏਗਾ। ਜਿਹੜਾ ਸੰਸਾਰ ਤੇ ਪੈਦਾ ਹੋਇਆ ਉਹਨੂੰ ਜਾਣਾ ਅਵਸ਼ ਹੈ। ਜਿੰਨਾ ਵੀ ਬ੍ਰਹਿਮੰਡ ਸਾਨੂੰ ਨਜ਼ਰ ਆਉਂਦਾ ਹੈ ਨਾ, ਇਹ ਸਾਰਾ ਇੱਕ ਦਿਨ ਇਹਦਾ ਅੰਤ ਹੋਣਾ ਹੈ। ਸੂਰਜ ਚੜ੍ਹਦਾ, ਸੂਰਜ ਦਾ ਇੱਕ ਦਿਨ ਅੰਤ ਹੋਣਾ ਹੈ। ਵੱਡੇ ਵੱਡੇ ਪਹਾੜ, ਸਮੁੰਦਰ ਅੱਜ ਨਜ਼ਰ ਆਉਂਦੇ ਨੇ, ਕਿਸੇ ਸਮੇਂ ਇਹਨਾਂ ਦਾ ਅੰਤ ਹੋਣਾ। ਐਦੋਂ ਪਹਿਲਾਂ ਪਤਾ ਨਹੀਂ ਕਿੰਨੀ ਵਾਰੀ ਅੰਤ ਹੋਇਆ ਹੋਣਾ, ਕਿੰਨੀ ਵਾਰੀ ਫਿਰ ਪੈਦਾ ਹੋਇਆ।
ਸੋ ਇਸ ਜੀਵਨ ਨੂੰ ਸਮਝਣ ਵਾਸਤੇ ਆਓ ਕੋਈ ਸਤਿਗੁਰਾਂ ਦੇ ਬਚਨਾਂ ਦਾ ਆਸਰਾ ਲੈ ਕੇ ਆਪਾਂ ਇਸ ਜੀਵਨ ਨੂੰ ਸਮਝੀਏ ਤੇ ਜੀਵਨ ਨੂੰ ਸਮਝ ਕੇ ਇਸ ਜੀਵਨ ਦਾ ਲਾਹਾ ਲੈ ਕੇ ਇਹਨੂੰ ਸਫਲ ਕਰਨ ਵਾਲੇ ਪਾਸੇ ਆਪਾਂ ਆਪਣੇ ਸੁਰਤ ਬਿਰਧ ਨੂੰ ਲਾਉਣ ਦਾ ਯਤਨ ਕਰੀਏ। ਪਹਿਲੋਂ ਜਿੰਨੇ ਵੀ ਸਰੀਰ ਬੈਠੇ ਹੋ ਆਓ ਪ੍ਰੇਮ ਨਾਲ ਸਤਿਗੁਰਾਂ ਦੇ ਚਰਨਾਂ ਨਾਲ ਸਾਂਝ ਪਾਓ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਆਮ ਲੋਕ ਨੇ ਨਾ, ਆਮ ਦੁਨੀਆ ਜਿਹੜੀ, ਉਹਨਾਂ ਦਾ ਤਾਂ ਇੱਥੋਂ ਤੱਕ ਹੀ ਮੰਨਣਾ ਹੈ ਵੀ ਇਸ ਜੀਵਨ ਦੇ ਵਿੱਚ ਜੀਵਨ ਪੱਧਰ ਚੰਗਾ ਹੋ ਜਾਏ, ਜਿਹੜੀਆਂ ਸੁੱਖ ਸਹੂਲਤਾਂ ਨੇ ਇਹਨਾਂ ਦੀ ਪ੍ਰਾਪਤੀ ਹੋ ਜਾਏ, ਪੈਸਾ ਆ ਜਾਏ, ਘਰ ਮਿਲ ਜਾਏ, ਕੋਠੀ ਬਣ ਜਾਏ, ਗੱਡੀ ਆ ਜਾਏ, ਬੱਚੇ ਪੜ੍ਹ ਜਾਣ, ਬੱਚੇ ਨੌਕਰੀਆਂ ਲੱਗ ਜਾਣ, ਆਪ ਨੂੰ ਨੌਕਰੀ ਮਿਲ ਜਾਏ, ਬਸ ਇੰਨੀਆਂ ਦਲੀਲਾਂ ਨੂੰ ਜੀਵਨ ਦੀ ਸੰਪੂਰਨਤਾ ਗਿਣਦੇ ਨੇ। ਇਹ ਆਮ ਸਧਾਰਨ ਲੋਕਾਂ ਦਾ ਖਿਆਲ ਹੋ ਸਕਦਾ ਹੈ, ਸਤਿਗੁਰਾਂ ਦਾ ਏਦਾਂ ਦਾ ਖਿਆਲ ਨਹੀਂ, ਮਹਾਂਪੁਰਖਾਂ ਦਾ ਏਦਾਂ ਦਾ ਖਿਆਲ ਨਹੀਂ। ਸਤਿਪੁਰਸ਼ਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੀਵਨ ਹਰ ਜਪ ਸਾਧ ਸੰਗ, ਕਹਿੰਦੇ ਜੀਵਨ ਸਿਰਫ ਉਹਨਾਂ ਕੀ ਜੀਵਨ ਗਿਣਿਆ ਜਾ ਸਕਦਾ ਹੈ ਜਿੰਨਾ ਕੁ ਜੀਵਨ ਮਹਾਂਪੁਰਖਾਂ ਦੀ ਸੰਗਤ ਵਿੱਚ ਨਾਮ ਜਪਦਿਆਂ ਸੇਵਾ ਸਿਮਰਨ ਕਰਦਿਆਂ ਬਤੀਤ ਹੋਵੇ। ਜਿਹੜੇ ਸਾਡੇ ਦੁਨਿਆਵੀ ਕੰਮ ਨੇ ਨਾ, ਜਿਹੜੇ ਸਾਡੇ ਦੁਨਿਆਵੀ ਧੰਦੇ ਨੇ, ਇਹ ਤਾਂ ਜੰਮਣ ਮਰਨ ਦਾ ਕਾਰਨ ਬਣਦੇ ਨੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਵੇ। ਜਿਹੜੀਆਂ ਅਸੀਂ ਜੀਵਨ ਦੀਆਂ ਕੁਛ ਸੁਵਿਧਾਵਾਂ ਨੂੰ ਬੜਾ ਜ਼ਰੂਰੀ ਸਮਝ ਕੇ ਇਕੱਤਰ ਕਰਦੇ ਆ, ਇਕੱਠੀਆਂ ਕਰਦੇ ਆ, ਜਿਵੇਂ ਕਿ ਨੌਕਰੀ, ਕੰਮ ਧੰਦਾ, ਪੈਸਾ, ਧੀਆਂ ਪੁੱਤਰ, ਅਸੀਂ ਸਮਝਦੇ ਹਾਂ ਵੀ ਇਹੀ ਜੀਵਨ ਹੈ ਤੇ ਜਿੰਨਾ ਚਿਰ ਜੀਵਨ ਵਿੱਚ ਇਹ ਨਾ ਹੋਵੇ ਅਸੀਂ ਉਹਨੂੰ ਜੀਵਨ ਨਹੀਂ ਗਿਣਦੇ। ਪਰ ਗੁਰਮੁਖ ਪਿਆਰਿਓ, ਮਹਾਰਾਜ ਕਹਿੰਦੇ ਇਹ ਉਹੀ ਵਾਸ਼ਨਾ ਆ ਜਿਹੜੀ ਵਾਸ਼ਨਾ ਦਾ ਤੂੰ ਬੱਧਾ ਹੋਇਆ ਕਰਮ ਕਰਦਾ ਤੇ ਉਹਨਾਂ ਕਰਮਾਂ ਦਾ ਬੱਧਾ ਹੋਇਆ ਤੈਨੂੰ ਜੰਮਣਾ ਤੇ ਮਰਨਾ ਪੈਂਦਾ। ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਵੇ। ਇਹਨਾਂ ਵਾਸ਼ਨਾਵਾਂ ਦਾ ਹੀ ਬੱਧਾ ਮਨੁੱਖ ਸੰਸਾਰ ਤੇ ਜ਼ਿੰਦਗੀ ਜਿਉਂਦਾ ਤੇ ਵਾਸ਼ਨਾਵਾਂ ਦੇ ਵਿੱਚ ਹੀ ਚੜਿਆ ਜਾਂਦਾ ਸੰਸਾਰ ਤੋਂ। ਉਹ ਵਾਸ਼ਨਾ ਸਰੀਰ ਦੇ ਨਾਲ ਮਰਦੀ ਨਹੀਂ। ਲੋਭ ਦੀ ਵਾਸ਼ਨਾ ਹੈ, ਕਾਮ ਦੀ ਵਾਸ਼ਨਾ ਹੈ, ਹਉਮੈ ਦੀ ਵਾਸ਼ਨਾ ਹੈ। ਇਹ ਵਾਸ਼ਨਾ ਦੀ ਮੌਤ ਨਹੀਂ ਹੁੰਦੀ, ਸਰੀਰ ਦੀ ਮੌਤ ਹੁੰਦੀ ਹੈ। ਜਦੋਂ ਜੀਵ ਛੋਟੀ ਉਮਰ ਵਿੱਚ ਹੁੰਦਾ ਹੈ, ਬਚਪਨ ਦੇ ਵਿੱਚ ਹੁੰਦਾ ਹੈ ਨਾ, ਤੇ ਵਾਸ਼ਨਾਵਾਂ ਦੀ ਉਮਰ ਛੋਟੀ ਹੁੰਦੀ ਹੈ। ਬੱਚੇ ਦਾ ਲੋਭ ਬਹੁਤਾ ਵੱਡਾ ਨਹੀਂ ਹੁੰਦਾ। ਬੱਚੇ ਦਾ ਲੋਭ ਵੱਧ ਤੋਂ ਵੱਧ ਖਾਣ ਪੀਣ ਤੱਕ ਸੀਮਤ ਹੈ, ਜੀਭ ਦੇ ਸਵਾਦ ਤੱਕ ਸੀਮਤ ਹੈ। ਜਿਵੇਂ ਜਿਵੇਂ ਵੱਡਾ ਹੁੰਦਾ ਹੈ ਇਹ ਵਾਸ਼ਨਾ ਵੀ ਵੱਡੀ ਹੁੰਦੀ ਜਾਂਦੀ ਹੈ। ਜਦੋਂ ਮਨੁੱਖ ਜਵਾਨ ਹੁੰਦਾ ਹੈ ਲੋਭ ਵੀ ਜਵਾਨ ਹੋ ਜਾਂਦਾ ਤੇ ਜਦੋਂ ਮਨੁੱਖ ਬੁੱਢਾ ਹੁੰਦਾ ਹੈ ਨਾ ਤੇ
ਤੇ ਜਿਹੜੀ ਵਾਸ਼ਨਾ ਉਹ ਇੰਨੀ ਦ੍ਰਿੜ ਹੋ ਜਾਂਦੀ, ਇੰਨੀ ਪੱਕ ਜਾਂਦੀ ਹੈ ਕਿ ਮਨੁੱਖ ਵਾਸ਼ਨਾ ਤੋਂ ਖਹਿੜਾ ਛਡਾਉਣਾ ਚਾਹਵੇ ਤੇ ਛੁੱਟ ਨਹੀਂ ਸਕਦਾ। ਵਾਸ਼ਨਾ ਜੀ ਪੱਕੀ ਹੋ ਜਾਂਦੀ ਹੈ। ਜਿੰਨਾ ਲਾਲਚ ਇੱਕ ਜਵਾਨ ਕਰਦਾ ਨਾ, ਉਹਨਾਂ ਲਾਲਚ ਬੱਚਾ ਨਹੀਂ ਕਰਦਾ, ਤੇ ਜਿੰਨਾ ਲਾਲਚ ਇੱਕ ਬਜ਼ੁਰਗ ਕਰਦਾ ਨਾ, ਬਜ਼ੁਰਗ ਕਰਦਾ, ਬੁੱਢਾ ਕਰਦਾ, ਉਹਨਾਂ ਲਾਲਚ ਜਵਾਨ ਨਹੀਂ ਕਰਦਾ। ਕਈਆਂ ਦੇ ਮਨ ਦਾ ਖਿਆਲ ਹੁੰਦਾ ਹੈ ਵੀ ਜਵਾਨੀ ਤੱਕ ਕੰਮ ਕਰਨਾ ਬੰਦੇ ਦਾ ਇੱਕ ਕਰਤੱਵ ਹੈ, ਜਦੋਂ ਬੁੱਢੇ ਹੋਵਾਂਗੇ ਨਾ ਫਿਰ ਅੰਮ੍ਰਿਤ ਵੀ ਛਕ ਲਾਂਗੇ ਤੇ ਬੰਦਗੀ ਵੀ ਕਰਾਂਗੇ, ਰੱਬ ਦਾ ਨਾਮ ਵੀ ਜਪਾਂਗੇ। ਪਰ ਗੁਰਮੁਖੋ ਜਿਨ੍ਹਾਂ ਨੇ ਜਵਾਨੀ ਵਿੱਚ ਨਹੀਂ ਜਪਿਆ ਨਾ, ਕਾਲੀ ਜਿਨੀ ਨਾ ਰਾਵਿਆ, ਜਿਨ੍ਹਾਂ ਨੇ ਜਵਾਨੀ ਵਿੱਚ ਕਾਲੇ ਵਾਲਾਂ ਦੇ ਹੁੰਦਿਆਂ ਨਹੀਂ ਪਰਮਾਤਮਾ ਦਾ ਨਾਮ ਜਪਿਆ, ਧੌਲੀ ਰਾਵੇ ਕਿ ਤੂੰ ਜਦੋਂ ਬਜ਼ੁਰਗ ਹੋ ਚੁੱਕਾ ਤਾਂ ਉਦੋਂ ਵੀ ਕਿਵੇਂ ਪਰਮਾਤਮਾ ਦਾ ਨਾਮ ਜਪ ਸਕਦਾ? ਕਿਉਂ ਨਹੀਂ ਜਪ ਸਕਦਾ? ਕਿਉਂਕਿ ਵਾਸ਼ਨਾਵਾਂ ਇੰਨੀਆਂ ਮਜ਼ਬੂਤ ਹੋ ਜਾਂਦੀਆਂ, ਇੰਨੀਆਂ ਵੱਧ ਜਾਂਦੀਆਂ ਨੇ। ਉਹਨਾਂ ਵਾਸ਼ਨਾਵਾਂ ਦੇ ਚੱਕਰ ਵਿਊਹ ਵਿੱਚ ਪਿਆ ਹੋਇਆ ਮਨੁੱਖ ਪਰਮਾਤਮਾ ਦਾ ਨਾਮ ਜਪ ਹੀ ਨਹੀਂ ਸਕਦਾ, ਪਰਮਾਤਮਾ ਦੀ ਬੰਦਗੀ ਕਰ ਹੀ ਨਹੀਂ ਸਕਦਾ, ਰੱਬ ਦਾ ਨਾਮ ਜਪ ਹੀ ਨਹੀਂ ਸਕਦਾ। ਇੱਕ ਬਚਨ ਆਪਾਂ ਸਾਂਝਾ ਕਰਦੇ ਹੁੰਦੇ ਹਾਂ ਕਦੇ ਕਦੇ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਕਹਿੰਦੇ ਜਿਹੜੇ ਅੱਜ ਤੱਕ ਜਿਹੜੇ ਸੁਖੀ ਹੋਏ ਆ ਨਾ, ਉਹਨਾਂ ਨੇ ਇੱਕ ਫਾਰਮੂਲਾ ਦੱਸਿਆ। ਉਹ ਜਿਹੜਾ ਦੁਨਿਆਵੀ ਮਨੁੱਖ ਹੈ, ਉਹਦੇ ਸੁਖੀ ਹੋਣ ਦਾ ਜਿਹੜਾ ਤਰੀਕਾ ਹੈ ਨਾ, ਉਹਦਾ ਆਪਣਾ ਤਰੀਕਾ ਹੈ। ਉਹ ਸੁਖੀ ਹੋਣ ਵਾਸਤੇ ਬਾਹਰੀ ਯਤਨ ਕਰੇਗਾ, ਪੈਸਾ ਇਕੱਠਾ ਕਰੇਗਾ, ਪਰਿਵਾਰ ਬਣਾਏਗਾ, ਜਿਹੜੀਆਂ ਜੀਵਨ ਦੀਆਂ ਸੁਵਿਧਾਵਾਂ ਨੇ ਉਹਨਾਂ ਨੂੰ ਇਕੱਠਿਆ ਕਰੇਗਾ। ਅਸੀਂ ਜਿੰਨੇ ਵੀ ਜੀਵਨ ਵਿੱਚ ਕੰਮ ਕਰਦੇ ਹਾਂ ਨਾ, ਉਹ ਸਾਰੇ ਸੁਖੀ ਹੋਣ ਵਾਸਤੇ ਕਰਦੇ ਆ ਵੀ ਸੁਖੀ ਹੋ ਜਾ ਕੇ ਅਸੀਂ ਇਹ ਕੰਮ ਕਰੀਏ, ਪਰ ਏਦਾਂ ਕਦੇ ਹੋਇਆ ਨਹੀਂ। ਜਿਵੇਂ ਜਿਵੇਂ ਮਨੁੱਖ ਇਹਨਾਂ ਧੰਦਿਆਂ ਵਿੱਚ ਗੁਲਤਾਨ ਹੁੰਦਾ ਨਾ, ਤਿਵੇਂ ਤਿਵੇਂ ਦੁਖੀ ਹੁੰਦਾ ਤੁਰਿਆ ਜਾਂਦਾ। ਸੁਖੀ ਕੇਵਲ ਉਹੀ ਹੋਏ ਨੇ ਜਿਹਨਾਂ ਨੂੰ ਮਹਾਰਾਜ ਨੇ ਕਿਹਾ ਵੀ ਘਰ ਸੁਖ ਵਸਿਆ ਬਾਹਰ ਸੁਖ ਪਾਇਆ। ਜਿਹੜੇ ਆਪਣੇ ਅੰਤਰ ਆਤਮਾ ਕਰਕੇ ਸੁਖੀ ਹੋ ਜਾਂਦੇ ਆ, ਉਹਨਾਂ ਦਾ ਆਲਾ ਦਾਲਾ, ਉਹਨਾਂ ਦਾ ਪਰਿਵਾਰ, ਉਹਨਾਂ ਦੇ ਧੀਆਂ ਪੁੱਤ, ਉਹਨਾਂ ਦੇ ਕਾਰੋਬਾਰਾਂ ਚੋਂ, ਉਹਨਾਂ ਦੇ ਧੀਆਂ ਪੁੱਤਰਾਂ ਵਿੱਚੋਂ, ਉਹਨਾਂ ਦੇ ਘਰ ਪਰਿਵਾਰ ਚੋਂ, ਉਹਨਾਂ ਦੇ ਬਿਜ਼ਨਸਾਂ ਕਾਰੋਬਾਰਾਂ ਵਿੱਚੋਂ ਵੀ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰ ਜਿਹੜੇ ਅੰਦਰੋਂ ਪਰੇਸ਼ਾਨ ਰਹਿੰਦੇ ਆ ਨਾ, ਉਹਨਾਂ ਦੇ ਜਿੰਨੇ ਮਰਜ਼ੀ ਕਾਰੋਬਾਰ ਵੱਧ ਜਾਣ, ਜਿੰਨੀ ਮਰਜ਼ੀ ਪੈਸਾ ਵੱਧ ਜਾਏ, ਜਿੰਨੇ ਮਰਜ਼ੀ ਧੀਆਂ ਪੁੱਤਾਂ ਦਾ ਸਹਾਰਾ ਮਿਲ ਜੇ, ਪਰ ਉਹ ਸੁਖੀ ਨਹੀਂ ਹੋ ਸਕਦੇ। ਸੁਖੀ ਕੇਵਲ ਉਹੀ ਹੋ ਸਕਦੇ ਨੇ ਜਿਨ੍ਹਾਂ ਨੇ ਆਪਣੇ ਅੰਤਰ ਆਤਮਾ ਨੂੰ ਸਵਾਰਿਆ। ਹੁਣ ਇਹ ਅੰਤਰ ਆਤਮਾ ਕਿਵੇਂ ਸਮਝ ਸਕਦੀ ਹੈ? ਦੋ ਤਿੰਨ ਬੇਨਤੀਆਂ ਕਰਕੇ ਆਪਾਂ ਸਮਝਣ ਦਾ ਯਤਨ ਕਰਦੇ ਹਾਂ। ਜਿੰਨੇ ਸਾਡੇ ਦੁੱਖ ਨੇ, ਭਾਵੇਂ ਉਹ ਸਰੀਰਕ ਰੋਗ ਨੇ, ਭਾਵੇਂ ਉਹ ਮਾਨਸਿਕ ਰੋਗ ਨੇ, ਇਹ ਸਾਡੀਆਂ ਅੰਦਰ ਦੀਆਂ ਪਰੇਸ਼ਾਨੀਆਂ ਤੋਂ ਪੈਦਾ ਹੋਏ ਆ। ਜਿੰਨੇ ਸਰੀਰ ਦੇ ਰੋਗ ਨੇ ਨਾ, ਗੁਰਮੁਖੋ ਯਕੀਨ ਕਰਿਓ, ਵਿਸ਼ਵਾਸ ਕਰਿਓ, ਭਰੋਸਾ ਕਰਿਓ, ਇਹ ਰੋਗ ਸਾਡੇ ਪਹਿਲੋਂ ਸੁਰਤ ਵਿੱਚ ਆਉਂਦੇ, ਸੁਰਤ ਵਿੱਚ ਆ ਕੇ
वो फुरने बनते हैं, तो फुरनिया तो बाद वो संकल्प बनते हैं, तो संकल्प तो बाद आदत बनती है, तो उन संस्कारों के विचों रोग ते सोग पैदा होते हैं। फिर बेनती करते हैं, जे असीं सुख लैण वास्ते पैसे का प्रबंध करते हैं, तो इन्ने को अंदरों उचाट हो जाते हैं भी वो पैसा किसी भी तरीके नाल सानू मिल जाए, असीं हासिल करना चाहते हैं। वो किदां दा भी तरीका होवे, उस कोई पाप होवे, पापा वाजो होवे ना, मोया साथ न जाई, बेशक वो झूठ मारना पवे, फरेब करना पवे, ठगी मारनी पवे, बालछल करना पवे, पर असीं पैसे को प्राप्त करे तो बिना रहिंदे। ये जिन्ने तरीके ने ना, जिहड़ा बंदा लोभी है ਉਹਦੀ हर वेले सुरती पैसे को हथियार में लगी रहती भी कितों पैसा किवें बन सकता। हुण आ जिहड़ी चितवनी अंदर चल पई ना, सुभाविक जी गल है भी जिहड़ा इदां दा मनुख है ना, वो जे बैठेगा तो पैसे बारे सोची जाएगा, कितों पैसा आ सकता है, किवें आ सकता है, किहड़ा काम किवें करा, किहड़ा किवें करा, इनू किधर जोड़ा, किधर घटावा, किहड़े बंदे नाल गलत संग करा, वो बंदा भावें गलत है भावें ठीक है। इन्हां गल्लां तो असीं परे हो के पैसे नूं इकट्ठा करन दा जिहड़ा यतन, ते जिहड़ी सुरती फिर एक नदी की तरह उधर को बह तुरती है पैसे के पीछे। बस आ जिहड़ी सिमरनी है ना साडी, चितवनी है जिहड़ी साडी, ये रोगां दा घर है, ये सोगां दा घर है। इकल्ले लोभ की गल की है, पंज ने जवान काम, क्रोध, लोभ, मोह, अहंकार। जदों पैसा आ जाता है फिर यही सुरती लोभ चों निकल के ते अहंकार विच पै जाती है, अहंकार की नदी बन जाती है, हौमे की नदी बन जाती है। फिर उसका ख्याल होता है कि किहड़ा काम कीतिया मेरी हौमे नूं पट्ठे पैंदे, ते जदों इस नदी विच बह तुरदा ना, बहण विच बह तुरदा मनुख, फिर उसदे धर्म के कर्म भी अहंकार बन जाते हैं, हौमे बन जाते हैं। जे मैं कई बार बेनती करता हूँ, 99.9% नितनेमियां दा नितनेम ही हंकार बन जाता। 99.9% जेड़े सेवा करते हैं ना, बर्तन सोधते हैं, बर्तनों की सेवा करते हैं, तप्पड़ झाड़ते हैं, जेड़े कथा कीर्तन घंटिया बद्धी सुनते हैं, उन्होंने घंटिया बद्धी कथा कीर्तन सुनना ही हंकार बन जाता है। आ साडे दुखों का कारण है। तुसीं तजर्बा करो, नितनेमी भी तुहानूं सुखी नहीं मिलणगे, नितनेमी होणगे पर सुखी नहीं होंगे। बड़े बड़े दानी होंगे पर सुखी नहीं होंगे। कारण की है, जेड़ी मत दे नाल उन्होंने धर्म नूं कमाया ना, नितनेम कीता, कथा कीर्तन सुनी है, वो जेड़ी सुरत दे नाल उन्होंने सुनिया ना, कथा कीर्तन सुनिया, बाणी पढ़ी है, सेवा की है, पुरदान किया है, वो सुरती बेशक उन्होंने नजर नहीं आता,
पर सुरती दे विच ही गड़बड़ होंदी है। सो संगत कीती तो बिना ये सुरती शुद्ध नहीं हो सकती। बहुत सारी दुनिया इदां दी है, वो अपने नितनेम दे विच ते जाओ कहते होंदे भी असीं तां बस इतिहासक गुरुद्वारे जाते, असीं नहीं किसी के कोल जाते। तो फिर उन्होंने जीवन को देखियो किते 100 ਦੇ ਵਿੱਚੋਂ 99.9% लोग ਤੁਹਾਨੂੰ दुखी मिलणगे, क्योंकि जिथे गड़बड़ सी ना साडे मतबुद्ध विच, वो सानू अपने आप का समझ नहीं आती, ते जिथों समझ आती है उत्थे असीं जाके बहिंदे नहीं, उत्थे असीं संगत नहीं करते। ऐवे नहीं लोग महापुरखों की संगत नूं तरसदे या गुरमुखां की संगत नूं तरसदे, उन्हां दी संगत विच बड़ा खुश है। असीं जदों नितनेम करते हैं ना तो इदां लगदा जिवें मेरे वर्गा कोई है ही नहीं, पर जदों कमाई वाली रूह की संगत करिए ना फिर अखां खुलदियां भी मैं तो कुछ भी नहीं, मेरे नाल तो बहुत वड्डी वड्डी कमाई करने वाले बैठे आ। सो ये जिहड़ियां गड़बड़ां ने, ये गड़बड़ां साडे कीते हुए कर्म नूं थां नहीं पैण दिंदियां। अगर जे किते साडे सुरत विच जिहड़े फाल्ट ने, नुक्स ने, एक किते निकल जान ते गुरु को शरीर का कोई ऐसा रोग नहीं जिहड़ा रब दे नाम दे नाल ठीक ना हो सके। कोई इहो जिहा रोग नहीं, शरीर में कैंसर वर्गे रोग, HIV वर्गे रोग, होर भी जिन्ने तरह के रोग ने, ये सारे रोग बिना एक नवा पैसा खर्च किए तो ये रोगों को निवृत्त किया जा सकता। ते जे किते ये व्याध रोग हो ना ते इन्हां रोगों दे विच भी जीवन मिल जाता है। तो रोग में कुछ ऐसा होंगे ने जिहड़े पुरबले रोग होंगे है, जिहड़े कर्मां की लिखत होंदी है। वैसे तो गुरु महाराज सच्चे पातशाह लेखा नूं भी बदलने की समर्था रखते हैं, पर चलो खैर ये साडी कमाई के आधार पर बदलने होंगे है। जे साडी उन्नी कमाई नहीं हुई पर यतन साडे हैगे ने, फिर महाराज उन्होंने रोगों के भी जिंदगी दे देते हैं, उन्होंने रोगों के भी जिउण का बल आ जाता है, उन्होंने रोगों के भी शांत चित्त सुखी रहन का बल आ जाता है। समझ आ जाती, जिवें मैं एक दिन उदाहरण भी दी सी कि एक दुनियावी मनुख नूं अधरंग हो जाए, पिछली उम्रे बुढ़ा शरीर हो गए, भारा शरीर हो गए, तो अधरंग हो जाए, ਉਹਦੇ ਮੂੰਹ ਚੋਂ ਹਾਏ ਹਾਏ ਤੋਂ ਬਿਨਾਂ ਕਦੇ ਕੁਝ ਨਹੀਂ ਸੁਣਿਆ ਜਾ ਸਕਦਾ। ਉਹ ਤੁਹਾਨੂੰ ਰੱਬ ਨੂੰ ਲਾਹਮੇ ਦਿੰਦਾ, ਰੱਬ ਨੂੰ ਬੰਦਾ ਚੰਗਾ ਬੋਲਦਾ, ਹਾਏ ਹਾਏ ਕਰਦਾ ਹੀ ਨਜ਼ਰ ਆਏਗਾ। ਪਰ ਇਹੀ ਰੋਗ ਜੇ ਕਿਸੇ ਰੰਗੀ ਰੂਹ ਨੂੰ ਲੱਗ ਜਾਏ ਤੇ ਉਹਦੇ ਰੋਗ ਦੀ ਜਿਹੜੀ ਸਥਿਤੀ ਹੈ ਨਾ ਉਹ ਕੁਝ ਹੋਰ ਹੋਏਗੀ। ਇੱਕ ਜਲੰਧਰ ਨੌਜਵਾਨ ਹੈ, बड़ा नितनेमी से मुंडा, बड़ी बंदगी करता, सवेरे तड़के 2:30 बजे उन्हें दरबार साहब जाना,
सेवा करनी, नितनेम करना, कथा कीर्तन सुननी, सारा दिन भी उन्हें मूल मंत्र का पाठ करना। चलदे चलदे समा आया, वो एक्सीडेंट हो गया ते थल्ले वाला धड़ सारा ही डेड हो गया। इथों तक भी बाहों भी कम करवा गई, शरीर का कंट्रोल खत्म हो गया, सिर दियां सट्टां सन, जान बच गई। आखिरकार जो जिन्ना डॉक्टर को सवार सकता सी सवारिया, ऑपरेशन वगैरह करके जो आखिरकार उन्होंने घरे लिया ना, तो उन्हें अपने कमरे के जिधर पैरों वाले पासे जिधर निगाह सामने पैंती सी ना कंध से, उन्हें बड़ा बड़ा वाहिगुरू शब्द लिखा लिया 3 बारी इन्होंने लाइनों के। कोई महापुरख उन्होंने मिल गए, गल्लां बातां करदे करदे पूछा भी आह तू क्यों लिखाया? कह लगे जी हुण हाथ से काम नहीं करते, पोथी तो फड़ी नहीं जाती। कहता भी जिन्ना कि नितनेम हुंदा मैं करदा, फिर बाकी जिहड़ा समा हुंदा ना मेरे कोले बस इस वाहिगुरू लिखे नूं नाले लिखी जाना, नाले अंदर अंदर बोली जाना। ये अवस्था है नाम नाल रंगियां रूहां दी, जिहड़े अंदरों शांत चित्त हो जाते हैं। ते अखीर च कहां गुरमुखो, जिहड़े इन्ने को अपने जीवन नूं नाम नाल रंग लेंदे ना, उन्हां दे धीआं पुत्त फिर गल नूं नहीं आउंदे। उन्हां दे धीआं पुत्त इज्जत करते हैं माँ बाप की, उन्होंने धीआं पुत्तां की बोली खरवी नहीं होंगी, सत्कारत बोली होंगी है। उन्होंने कदे दुनियावी झमेले नहीं पैंदे, जिहड़ियां इदां ही दिक्कतां पई जांदियां, एवें विघड़ पई जाते जीवन च। कदे किसी कारोबार च विघड़ पै गया, कदे किसी काम च विघड़ पै गया, कदे किसी काम च विघड़ पै गया। तो उन्होंने विघड़ों के विच ही बंदा 24 घंटे सड़ी जाता है, दुखी जाता है, करलाई जाता है। जीवन में इदां दा पक्ष खत्म हो जाता, शांति वरत जाती है, परिवार च बरकतां पै जांदियां, कारोबार च बरकतां पै जांदियां, घरे सुख शांति वरत जाती है। उन्होंने धीआं पुत्तां की पढ़ाई बिना किसी उरले परले उपराले करन तो बिना ही वधिया पढ़ाई कंप्लीट हो जाती, चंगियां नौकरियां मिल जांदियां, चंगे रुतबे मिल जाते, चंगे घरां च विआह हो जाते हैं। कहण तो भाव है भी जिहड़ी बाहरी बरूनी जिंदगी है ना, वो अपने आप संवर जाती है। घर सुख वसिया, बाहर सुख पाया। उन्होंने जो बाहरी जीवन है ना, जिन्होंने आप गृहस्थी जीवन कह दिए, कारोबारी जीवन कह दिए, समाजिक जीवन कह दिए, उन्होंने जीवन च अपने आप सुख वरत जाता है, अपने आप शांति वरत जाती है, अपने आप कारोबार च बरकतां पै जाती है। पहली गल तो लोड़ नहीं पैंदी, जो लोड़ पै भी जाए तो थोड़ा बहुता आसरा लैके, बरूनी आसरा लैके, जिवें मान लो गल शरीर है तो जिन्ना चर शरीर है तो ढिल मच चलती रहती है, चलती रहनी है। वो थोड़ी बहुती दवाई दपाला च आके काम चल गया तो बहुतियां वड्डियां दिक्कतां नहीं आउंदियां। साडे च कमियां यही ने कि असीं हर एक मुश्किल का हल संसार वाले पासे भजदे आ करने वास्ते। संसार में साडियां मुश्किलों का हल नहीं लभना, साडियां मुश्किलों का हल केवल परमात्मा के पास है। रब के नाम दे विच साडियां मुश्किलों का हल है। सो इस वास्ते गुरमुखो सुभाव बनाना पैना है। तो ये जिहड़ी ले आ ना, हुण साडी जिहड़ी सुरत है 24 घंटिया विचों मेरा ख्याल है जदों जी सोने ना,
ਸੁੱਤਿਆਂ ਵੀ ਸੁਪਨੇ ਕੰਮਾਂ ਕਾਰਾਂ ਦੀ ਆਈ ਜਾਂਦੀ ਹੈ, ਉਲਝੇਵਿਆਂ ਦੇ ਸੁਪਨੇ ਆਈ ਜਾਂਦੇ ਆ। ਕੋਈ ਸੁਪਨੇ 'ਚ ਡਰੀ ਜਾਂਦਾ ਹੈ, ਕੋਈ ਸੁਪਨਿਆਂ ਦੇ ਵਿੱਚ ਡਰਾਈ ਜਾਂਦਾ ਹੈ। ਤੇ ਜਦੋਂ ਜਾਗਦਾ ਹੈ ਉਦੋਂ ਵੀ ਜਿਹੜੀ ਸੁਰਤੀ ਹੈ ਨਾ, ਰੱਬ ਦਾ ਤਾਂ ਕਦੇ ਚੇਤਾ ਨਹੀਂ ਆਉਂਦਾ। ਤੇ ਜਿਹੜੇ ਅਸੀਂ ਸਧਾਰਨ ਲੋਕ ਹੈ ਨਾ, ਆਪਾਂ ਇਹਨਾਂ ਗੱਲਾਂ ਨੂੰ ਕਦੇ ਧਿਆਨ ਹੀ ਨਹੀਂ ਦਿੰਦੇ। ਇਹਨਾਂ ਗੱਲਾਂ ਦਾ ਧਿਆਨ ਕਰਨਾ ਹੋਵੇ ਨਾ ਤੇ ਏਦਾਂ ਕਰਿਓ, ਕੱਲ ਸਵੇਰ ਤੋਂ ਸ਼ੁਰੂ ਕਰਿਓ। ਮੈਂ ਪਹਿਲਾਂ ਵੀ ਇੱਕ ਵਾਰ ਬੇਨਤੀ ਕੀਤੀ ਸੀ ਵੀ ਮੱਥ ਲਿਓ ਮਨ ਦੇ ਵਿੱਚ ਵੀ ਅੱਜ ਮੈਂ ਕਿਸੇ ਨਾਲ ਗੱਲਬਾਤ ਨਹੀਂ ਕਰਨੀ। ਅੱਜ ਮੂਲ ਮੰਤਰ ਦਾ ਜਾਂ ਵਾਹਿਗੁਰੂ ਵਾਹਿਗੁਰੂ ਦਾ ਜਾਂ ਓਮ ਦਾ ਜਾਂ ਹਰ ਦਾ ਜਾਂ ਰਾਮ ਦਾ ਜਾਂ ਵਾਹਿਗੁਰੂ ਦਾ, ਬਸ ਅੰਦਰੇ ਅੰਦਰ ਨਾਮ ਹੀ ਜਪਦੇ ਰਹਿਣਾ। ਏਦਾਂ ਮੱਥ ਲਿਓ ਤੇ ਫਿਰ ਇਹਨੂੰ ਚੈੱਕ ਕਰਿਓ ਵੀ ਕਿੰਨਾ ਕੁ ਜਪਦੇ ਹੋ, ਕਿੰਨਾ ਕੁ ਸੁਰਤੀ ਇੱਧਰ ਰਹਿੰਦੀ ਹੈ ਤੇ ਕਿੰਨੀ ਕੁ ਦੂਜੇ ਪਾਸੇ ਚਲੀ ਜਾਂਦੀ ਹੈ। ਤੁਹਾਨੂੰ ਆਪਣੇ ਆਪ ਸਮਝ ਲੱਗ ਜਾਊ ਵੀ ਸਾਡੀ ਸੁਰਤੀ 24 ਘੰਟਿਆਂ ਦੇ ਵਿੱਚੋਂ ਚੰਦ ਕੁ ਮਿੰਟ ਬੇਸ਼ੱਕ ਰੱਬ ਵਾਲੇ ਪਾਸੇ ਆਵੇ, ਨਹੀਂ ਤਾਂ ਸੰਸਾਰ ਵਾਲੇ ਪਾਸੇ, ਕੰਮਾਂ ਕਾਰਾਂ ਵਾਲੇ ਪਾਸੇ, ਦੁਨਿਆਵੀ ਝਮੇਲਿਆਂ ਧੰਦਿਆਂ ਵਾਲੇ ਪਾਸੇ ਜ਼ਿਆਦਾ ਰਹਿੰਦੀ ਹੈ। ਤੇ ਜਿੰਨੀ ਸੁਰਤੀ ਜ਼ਿਆਦਾ ਇੱਧਰ ਰਹੇਗੀ ਨਾ, ਉਨੀ ਸੁਰਤੀ ਮੈਲੀ ਹੁੰਦੀ ਜਾਂਦੀ ਹੈ। ਜਿੰਨੀ ਸੁਰਤੀ ਰੱਬ ਵਾਲੇ ਪਾਸੇ ਰਹੂਗੀ ਉਨੀ ਸੁਰਤੀ ਦੀ ਮੈਲ ਧੋਤੀ ਜਾਣੀ ਹੈ। ਤੇ ਹੁਣ ਜੇ 24 ਘੰਟੇ ਚੋਂ 12 ਘੰਟੇ ਸੁਰਤੀ ਰੱਬ ਵਾਲੇ ਪਾਸੇ ਰਵੇ ਤੇ 12 ਘੰਟੇ ਪਾਸੇ ਦੁਨਿਆਵੀ ਵਾਲੇ ਪਾਸੇ ਰਹੇ, ਦੁਨੀਆ ਵਾਲੇ ਪਾਸੇ ਰਵੇ, ਤੇ ਫਿਰ ਪਲੜਾ ਬਰਾਬਰ ਹੋਣਾ ਹੈ, ਪਾਪ ਪੁੰਨ ਬਰਾਬਰ ਹੋਣੇ ਨੇ। ਪਰ ਜੇ ਕਿਤੇ ਸਾਡੀ ਸੁਰਤੀ 24 ਘੰਟਿਆਂ ਚੋਂ 23.5 ਘੰਟੇ ਜਾਂ ਪੌਣੇ 24 ਘੰਟੇ ਦੁਨਿਆਵੀ ਧੰਦਿਆਂ 'ਚ ਰਹਿਣੀ ਹੈ, ਜਿਹੜਾ ਇੱਕ ਘੰਟਾ ਸੀ, ਕਿਸੇ ਨੇ ਘੰਟਾ ਨਿਤਨੇਮ ਰੱਖਿਆ, ਕਿਸੇ ਨੇ ਅੱਧਾ ਘੰਟਾ ਰੱਖਿਆ, ਕਿਸੇ ਨੇ 2 ਘੰਟੇ ਰੱਖਿਆ, ਉਹ ਜਿਹੜੇ 2 ਘੰਟੇ ਅਸੀਂ ਨਿਤਨੇਮ ਦੇ ਰੱਖੇ ਨੇ, ਸਾਡਾ ਸੁਭਾਅ ਇੰਨਾ ਵਿਗੜ ਚੁੱਕਾ ਹੈ ਵੀ ਜਪਜੀ ਸਾਹਿਬ ਦਾ ਪਾਠ 10 ਮਿੰਟ ਲੱਗਦੇ ਨੇ, ਉਹ 10 ਮਿੰਟ ਇਕਾਗਰ ਹੋ ਕੇ ਸਾਡੇ ਕੋਲ ਇੱਕ ਪਾਠ ਨਹੀਂ ਕੀਤਾ ਜਾਂਦਾ। ਇੱਕ ਪਾਠ ਜਪਜੀ ਸਾਹਿਬ ਦਾ ਕਾਰਨ ਕੀ ਹੈ? ਫਿਰ ਬੇਨਤੀ ਕਰਦਾ ਹੈ ਵੀ 24 ਘੰਟੇ ਸੁਰਤੀ ਦੁਨਿਆਵੀ ਦੁਨੀਆ ਵਾਲੇ ਪਾਸੇ 24 ਘੰਟੇ ਗੁਲਤਾਨ ਰਹਿੰਦੀ ਹੈ, ਤੇ ਜਿਹੜੀ ਸੁਰਤੀ 24 ਘੰਟੇ ਗੁਲਤਾਨ ਰਹਿੰਦੀ ਹੈ ਉਹ ਇਕਾਗਰ ਕਿਵੇਂ ਹੋ ਸਕਦੀ ਹੈ? ਨਹੀਂ ਹੋਣੀ। ਇਸ ਵਾਸਤੇ ਅਭਿਆਸ ਕਰਨਾ ਪੈਣਾ ਵੀ ਵੱਧ ਤੋਂ ਵੱਧ ਸਮਾਂ ਨਾਮ ਵਾਲੇ ਪਾਸੇ ਰਵੇ। ਫਿਰ ਇਹ ਤੋਂ ਅੱਗੇ ਪਹਿਰਾ ਹੈ ਵੀ ਜੋ ਬੋਲਣਾ ਪਏ ਹੀ, ਚਲੋ ਕਿਹੜੇ ਗੱਲਬਾਤ ਕਰਨੀ ਵੀ ਹੋਵੇ ਤੇ ਉਹ ਗੱਲਬਾਤ ਦੇ ਵਿੱਚ ਮੈਲ ਨਾ ਹੋਵੇ, ਈਰਖਾ, ਸਾੜਾ, ਲੋਭ, ਲਾਲਚ, ਹੰਕਾਰ, ਆ ਮੈਲ ਨਾ ਹੋਵੇ। ਉਹਦੇ ਵਿੱਚ ਪਰਉਪਕਾਰ ਹੋਵੇ ਤੁਹਾਡੇ ਬੋਲਾਂ ਵਿੱਚ, ਉਹਦੇ ਤੁਹਾਡੇ ਬੋਲਾਂ ਵਿੱਚ ਦਇਆ ਹੋਵੇ, ਤੁਹਾਡੇ ਬੋਲਾਂ ਵਿੱਚ ਸਤਿਕਾਰ ਹੋਵੇ, ਤੁਹਾਡੇ ਬੋਲਾਂ ਵਿੱਚ ਪਿਆਰ ਹੋਵੇ, ਤੁਹਾਡੇ ਬੋਲਾਂ ਦੇ ਵਿੱਚ ਅਗਲੇ ਦਾ ਭਲਾ ਹੋਵੇ। ਉਹ ਸੁਰਤੀ ਨੂੰ ਮੈਲਾ ਹੋਣ ਤੋਂ ਬਚਾਉਣਗੇ। ਤੇ ਜੇ ਸੁਰਤੀ ਦੇ ਵਿੱਚ ਮੈਲ ਹੋਵੇ, ਤੁਹਾਡੇ ਬਚਨਾਂ 'ਚ ਮੈਲ ਹੋਵੇ ਕਿਸੇ ਤਰ੍ਹਾਂ ਦੀ ਵੀ, ਉਹ ਬੋਲ ਤੁਹਾਡੀ ਸੁਰਤੀ ਨੂੰ ਮੈਲਾ ਕਰਨਗੇ। ਹੁਣ ਮੈਲਾ ਲਾਉਣ ਵਾਲੀਆਂ ਗੱਲਾਂ ਅਸੀਂ ਬਹੁਤੀਆਂ ਕਰਦੇ ਹਾਂ, ਮੈਲ ਧੋਣ ਵਾਲੀਆਂ ਗੱਲਾਂ ਅਸੀਂ ਘੱਟ ਕਰਦੇ ਹਾਂ। ਆਹੀ ਕਾਰਨ ਹੈ ਕਿ ਸਾਡੀ ਇਕਾਗਰਤਾ ਨਹੀਂ ਬਣਦੀ, ਚਿੱਤ ਇਕਾਗਰ ਨਹੀਂ ਹੁੰਦਾ। ਤੇ ਇਕਾਗਰ ਨਾ ਹੋਣਾ ਹੀ ਸਾਡੇ ਦੁੱਖਾਂ ਦਾ ਇਲਾਜ ਨਾ ਹੋਣਾ, ਸਾਡੇ ਦੁੱਖਾਂ ਦਾ ਇਲਾਜ ਨਹੀਂ ਹੁੰਦਾ। ਤੇ ਆਖਿਰਕਾਰ ਮੈਂ ਦੇਖਦਾ ਵਾਂ ਕਿ ਲੋਕ ਟੁੱਟ ਜਾਂਦੇ ਆ। ਜਿੱਥੇ ਆਪਣੇ ਵਿੱਚ ਨੁਕਸ ਹੈ ਨਾ, ਉਹ ਤਾਂ ਲੱਭਣਾ ਨਹੀਂ, ਉਹ ਤਾਂ ਦਿਸਦਾ ਨਹੀਂ। ਤੇ ਲਾਮਾ ਫਿਰ ਰੱਬ ਨੂੰ ਦੇ ਕੇ ਅਸੀਂ ਸਥਾਨ ਤੋਂ ਟੁੱਟ ਜਾਂਦੇ ਵੀ ਮੇਰੇ ਪੱਲੇ ਨਹੀਂ ਕੁਛ ਪਿਆ ਤਾਂ। ਮੈਂ ਗੁਰਦੁਆਰੇ ਜਾਂਦਾ ਸਾਂ, ਬੜੇ ਮਿਲਣਗੇ ਤੁਹਾਨੂੰ ਇੱਦਾਂ ਦੇ, ਇੱਥੇ ਪਤਾ ਨਹੀਂ ਕਿੰਨੇ ਕੁ ਆਏ ਤੇ ਕਿੰਨੇ ਕੁ ਟੁੱਟ ਕੇ ਬਹਿ ਗਏ। ਕਾਰਨ ਕੀ ਹੈ? ਕਿ ਉਹਨਾਂ ਨੇ ਆਪਣਾ ਨੁਕਸ ਲੱਭਿਆ ਨਹੀਂ ਜਾਂ ਸਮਝਿਆ ਨਹੀਂ, ਤੇ ਗੁਰੂ ਚ ਨੁਕਸ ਕਹਿ ਕੇ ਜਾਂ ਕੱਢ ਕੇ ਦਰ ਨੂੰ ਛੱਡ ਦਿੱਤਾ ਵੀ ਮੇਰੇ ਪੱਲੇ ਨਹੀਂ ਕੁਛ ਪਿਆ, ਉੱਥੇ ਕਿਸੇ ਹੋਰ ਦਰ ਤੇ ਚੜਿਆ।
ਗੁਰੂ ਸਵਾਰਿਓ ਸਾਨੂੰ ਆਪਣੇ ਅੰਦਰ ਨਾਲ ਜੁੜਨਾ ਪੈਣਾ। ਜਿੰਨਾ ਚਿਰ ਅੰਦਰ ਨਾਲ ਨਹੀਂ ਜੁੜਦੇ, ਆਪਣੇ ਗੁਰੂ ਦੇ ਨਾਲ ਆਪਣੇ ਅੰਦਰ ਦੀਆਂ ਤਾਰਾਂ ਨਹੀਂ ਜੋੜਦੇ, ਉਹਨਾਂ ਚਿਰ ਸਾਡਾ ਭਲਾ ਨਹੀਂ ਹੋ ਸਕਦਾ। ਸੋ ਇਸ ਵਾਸਤੇ ਸਭ ਤੋਂ ਮੁੱਢਲਾ ਕਾਰਜ ਹੈ ਕਿ ਅਸੀਂ ਦੁਨਿਆਵੀ ਧੰਦਿਆਂ ਤੋਂ, ਦੁਨਿਆਵੀ ਜੀਵਨ ਤੋਂ, ਗ੍ਰਸਤੀ ਜੀਵਨ ਤੋਂ, ਸਮਾਜਿਕ ਜੀਵਨ ਤੋਂ, ਕਾਰੋਬਾਰੀ ਜੀਵਨ ਤੋਂ ਥੋੜਾ ਜਿਹਾ ਵੇਲ ਕੱਢ ਕੇ ਤੇ ਗੁਰੂ ਚਰਨਾਂ ਨਾਲ ਜੁੜੀਏ ਤੇ ਗੁਰੂ ਦੇ ਬਚਨਾਂ ਨੂੰ, ਗੁਰੂ ਦੀ ਸਿੱਖਿਆ ਨੂੰ, ਗੁਰੂ ਦੇ ਸਿਧਾਂਤ ਨੂੰ ਸਮਝਣ ਦਾ ਯਤਨ ਕਰੀਏ। ਜਿਵੇਂ ਜਿਵੇਂ ਸਾਨੂੰ ਗੁਰੂ ਦੇ ਸਿਧਾਂਤ ਦੀ ਸਮਝ ਆਏਗੀ, ਤਿਵੇਂ ਸਾਡੀ ਸੁਰਤ ਕਹਿੰਦੇ ਭਰੀਐ ਮਤ ਪਾਪਾਂ ਕੈ ਸੰਗ, ਉਹ ਤੋਂ ਪੈ ਨਾਮੈ ਕੇ ਰੰਗ। ਇਹ ਨਾਮੈ ਦੇ ਰੰਗ ਐਸਾ ਨਹੀਂ ਹੈ ਕਿ ਸੁਰਤ ਕਿਤੇ ਮਰਜ਼ੀ ਤੁਰੀ ਫਿਰੇ ਤੇ ਮੂੰਹ ਚੋਂ ਵਾਹਿਗੁਰੂ ਵਾਹਿਗੁਰੂ ਕਰੀ ਜਾਵੇ। ਰਾਮ ਰਾਮ ਕਰਦਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਏਦਾਂ ਰਾਮ ਰਾਮ ਕਰਨ ਦੇ ਨਾਲ ਕਦੇ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ, ਅੰਦਰ ਦੀ ਸ਼ਾਂਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸਾਡੀ ਸੁਰਤੀ ਉਸ ਪਾਸੇ ਰਵੇ। ਜੇ ਵਾਹਿਗੁਰੂ ਕਹਿਣਾ ਨਾ ਤੇ ਸੁਰਤ ਦੇ ਵਿੱਚ, ਖਿਆਲਾਂ ਦੇ ਵਿੱਚ, ਚਿੱਤ ਦੇ ਵਿੱਚ, ਸਾਡੇ ਅੰਤਸ਼ਕਰਨ ਦੇ ਵਿੱਚ ਉਹ ਵਾਹਿਗੁਰੂ ਸ਼ਬਦ ਦੀ ਲਿਖਤ ਜਾਂ ਸਾਡੇ ਗੁਰੂ ਦਾ ਸਰੂਪ ਵੀ ਆਉਣਾ ਚਾਹੀਦਾ, ਸਾਡਾ ਧਿਆਨ ਵੀ ਆਉਣਾ ਚਾਹੀਦਾ। ਤੇ ਸ਼ਬਦ ਦੇ ਵਿੱਚ ਸੁਰਤ ਆਉਣੀ ਬੜੀ ਕਠਿਨ ਹੈ। ਇਸ ਵਾਸਤੇ ਜਿਹੜੇ ਅਭਿਆਸੀ ਨੇ ਗੁਰਮੁਖ, ਉਹਨਾਂ ਦਾ ਕਹਿਣਾ ਆ ਵੀ ਜਦੋਂ ਵਾਹਿਗੁਰੂ ਵਾਹਿਗੁਰੂ ਜਪਣਾ ਨਾ, ਉਦੋਂ ਗੁਰੂ ਘਰ ਵੱਲੇ ਧਿਆਨ ਲੈ ਜਾਓ। ਜਿਵੇਂ ਆਪਾਂ ਦਰਬਾਰ ਸਾਹਿਬ ਜਾਂਦੇ ਆ, ਹੁਣ ਅੱਖਾਂ ਬੰਦ ਕਰੋ ਤੇ ਸੁਰਤੀ ਨਾਲ ਦਰਬਾਰ ਸਾਹਿਬ ਜਾਓ। ਤੁਸੀਂ 1 ਸਕਿੰਟ ਵਿੱਚ ਦਰਬਾਰ ਸਾਹਿਬ ਦਰਸ਼ਨ ਕਰ ਲਓਗੇ ਤੇ ਉੱਥੇ ਸੁਰਤੀ ਵਧੀਆ ਹੈ, ਰਚ ਵਿੱਚ ਜਾਏਗੀ ਤੁਹਾਡੀ। ਦਰਬਾਰ 'ਚ ਕਦੇ ਲਾਚੀ ਬੇਰ ਦਰਸ਼ਨ ਕਰ ਲਏ, ਕਦੇ ਬਾਬਾ ਬੁੱਢਾ ਸਾਹਿਬ ਦੇ ਬੇਰ ਦੇ ਦਰਸ਼ਨ ਕਰ ਲਏ, ਕਦੇ ਬਾਬਾ ਦੀਪ ਸਿੰਘ ਦੇ ਦਰਸ਼ਨ ਕਰ ਲਏ, ਕਦੇ ਦਰਸ਼ਨੀ ਜੋੜੀ ਦੇ ਦਰਸ਼ਨ ਕਰ ਲਏ, ਕਦੇ ਸੱਚਖੰਡ ਦੇ ਵਿੱਚ ਦਰਸ਼ਨ ਕਰ ਲਏ, ਕਦੇ ਸਰੋਵਰ ਦੇ ਦਰਸ਼ਨ ਕਰ ਲਏ। ਏਦਾਂ ਸੁਰਤੀ ਨੂੰ ਉੱਥੇ ਦਰਸ਼ਨ ਵੇਲੇ ਕਰਾਉਂਦੇ ਰਹੋ ਤੇ ਵਾਹਿਗੁਰੂ ਵਾਹਿਗੁਰੂ ਜਪਦੇ ਰਹੋ। ਆਹ ਇੱਕ ਤਰੀਕਾ ਬੜਾ ਵਧੀਆ, ਇੱਕ ਜੁਗਤੀ ਹੈ ਬੜੀ ਵਧੀਆ ਸੁਰਤੀ ਨੂੰ ਸ਼ਬਦ ਦੇ ਨੇੜੇ ਲਿਆਉਣ। ਏਦਾਂ ਸੁਰਤੀ ਨਾਲੇ ਤਾਂ ਗੁਰੂ ਦੇ ਰੰਗ ਵਿੱਚ ਰੰਗੀ ਹੋਵੇ ਤੇ ਨਾਲੇ ਵਾਹਿਗੁਰੂ ਵਾਹਿਗੁਰੂ ਜਪਦੀ ਹੋਵੇ, ਫਿਰ ਥੋੜੇ ਦਿਨਾਂ 'ਚ ਖੇਡ ਬਣ ਜਾਂਦੀ ਹੈ। ਪਰ ਜੇ ਸੁਰਤੀ ਕਿਤੇ ਹੋਰ ਤੁਰੀ ਫਿਰਦੀ ਹੋਵੇ ਤੇ ਵਾਹਿਗੁਰੂ ਵਾਹਿਗੁਰੂ ਜਪਦੇ ਹੋਵੇ, ਫਿਰ ਕਈ ਵਾਰੀ ਸਾਰੀ ਜ਼ਿੰਦਗੀ ਲੱਗੇ ਰਹੀਏ ਤੇ ਪੱਲੇ ਕੁਛ ਨਹੀਂ ਪੈਂਦਾ। ਪੜ ਗੱਡੀ ਲੱਗੀ ਹੈ, ਪੜ ਭਰੀਆ ਸਾਥ। ਇੱਕ ਹੋਰ ਬੜਾ ਵਧੀਆ, ਜਦੋਂ ਵਾਹਿਗੁਰੂ ਵਾਹਿਗੁਰੂ ਜਪਣਾ, ਉਦੋਂ ਆਪਣੇ ਔਗਣਾਂ ਨੂੰ ਸਾਹਮਣੇ ਰੱਖਣਾ, ਆਪਣੇ ਔਗਣਾਂ ਨੂੰ। ਸਾਡੀ ਬਦਕਿਸਮਤੀ ਹੈ ਵੀ ਸਾਨੂੰ ਦੂਜੇ ਦੇ ਔਗਣ ਹੀ ਸਾਹਮਣੇ ਆਉਂਦੇ ਆ, ਦੂਜੇ ਦੇ ਔਗਣ ਚੇਤੇ ਆਉਂਦੇ ਆ ਵੀ ਫਲਾਣੇ ਜਾਓਗੇ, ਢੀੜੇ ਜਾਓਗੇ। ਨਹੀਂ, ਖਾਸ ਕਰਕੇ ਜਦੋਂ ਗੁਰੂ ਵਾਲੇ ਸੁਰਤੀ ਆਵੇ, ਔਗਣ ਆਪਣੇ ਕੱਢ ਕੇ ਤਲੀ ਤੇ ਰੱਖ ਕੇ ਲੈ ਕੇ ਜਾ, ਮਾਰੇ ਆ ਔਗਣ ਨੇ ਮੇਰੇ ਵਿੱਚ, ਆ ਮੇਰੇ 'ਚ ਕਮੀਆਂ ਨੇ, ਆ ਮੇਰੇ 'ਚ ਮੂਰਤਾਈਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਔਗਣਾਂ ਨੂੰ ਕੱਢੋ। ਹਮ ਸਰ ਦੀਨ ਦਿਆਲ ਨਾ ਤੁਮ ਸਰ, ਅਬ ਬਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਸੱਚੇ ਪਾਤਸ਼ਾਹ ਆ ਕਮੀਆਂ, ਆ ਔਗਣ, ਆ ਪਾਪ ਮੇਰੇ ਵਿੱਚੋਂ ਨਿਕਲ ਜਾਣ ਤੇ ਮੈਨੂੰ ਵੀ ਸੰਪੂਰਨਤਾ ਦੀ ਪ੍ਰਾਪਤੀ ਹੋ ਜਾਏ। ਮੇਰਾ ਮਨ ਜਿਹੜਾ ਥਾਂ ਥਾਂ ਤੇ ਵੰਡਿਆ ਪਿਆ, ਧੀਆਂ ਪੁੱਤਾਂ 'ਚ, ਕਾਰੋਬਾਰਾਂ 'ਚ, ਲੋਭ ਲਾਲਚ, ਮੋਹ ਮਮਤਾ, ਈਰਖਾ, ਵਕੀਲੇ, ਨਿੰਦਿਆ, ਚੁਗਲੀ, ਲੱਖਾਂ ਹੀ ਟੁਕੜੇ ਹੋਏ ਨੇ ਸਾਡੇ ਮਨ ਦੇ। ਪਰ ਮਹਾਰਾਜ ਕਹਿੰਦੇ ਜੇ ਇੱਕ ਹੋਏ ਤਾਂ ਉਗਵੇ। ਇਹ ਮਨ ਇੱਕ ਹੋਏ ਤਾਂ ਉਗਣਾ ਹੈ। ਇਹਦੇ ਵਿੱਚ ਬੀਜ, ਮਨ ਸਾਡਾ ਬੀਜ ਹੈ। ਇਸ ਬੀਜ ਨੇ ਤਾਂ ਉਗਣਾ ਜੇ ਇਹ ਇੱਕ ਹੋਏ ਤਾਂ। ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਨੂੰ ਸਮਝ ਆਵੇ ਤੇ
ਸਾਡਾ ਜੀਵਨ ਸਫਲਾ ਹੋਵੇ। ਇਹ ਸਾਧ ਸੰਗਤ ਦੇ ਵਾਸਤੇ ਇੱਕ ਬੜਾ ਵੱਡਾ ਸਟੈਪ ਆ, ਉਹ ਵੀ ਬੜਾ ਪਕੜਨਾ ਜ਼ਰੂਰੀ ਹੈ ਕਿ ਦੁਨਿਆਵੀ ਮੰਗਾਂ ਮੰਗਣੀਆਂ ਬੰਦ ਕਰੀਏ, ਦੁਨਿਆਵੀ ਪਦਾਰਥਾਂ ਦੀ ਮੰਗ ਕਰਨੀ ਬੰਦ ਕਰੀਏ। ਨਹੀਂ ਮਹਾਰਾਜ ਸਾਨੂੰ ਨਾਮ ਚਾਹੀਦਾ ਹੈ, ਮਹਾਰਾਜ ਸਾਨੂੰ ਤੁਹਾਡੇ ਦਰਸ਼ਨ ਚਾਹੀਦੇ ਹੈ। ਅੱਜ ਮੈਨੂੰ ਸ੍ਰੀ ਮੁਕਤਸਰ ਸਾਹਿਬ ਤੋਂ 2 ਫੋਨ ਆਏ ਆ। ਇੱਕ ਤਾਂ ਫੋਨ ਆਇਆ ਹੈ, ਉਹ ਹਿੰਦੂ ਪਰਿਵਾਰ ਹੈ ਤੇ ਉਹ ਸਾਡੀ ਭੈਣ ਨੇ ਅੱਜ ਮੋੜ ਵਰਤ ਰੱਖਿਆ ਹੈ। ਅੱਜ ਕੋਈ ਖਾਸ ਦਿਹਾੜਾ ਮੇਰੇ ਯਾਦ ਭੁੱਲ ਗਿਆ, ਮੋੜ ਵਰਤ ਰੱਖਿਆ ਉਹਨਾਂ ਨੇ। ਤੇ ਚਲੋ ਖੈਰ ਉਹ ਫੋਨ ਦਾ ਨਾ ਮਾਈਕ ਔਨ ਕਰਕੇ, ਸਪੀਕਰ ਔਨ ਕਰਕੇ ਸਾਰਾ ਪਰਿਵਾਰ ਗੱਲ ਕਰਦੇ ਹੁੰਦੇ ਜਦੋਂ ਕਰਦੇ ਮੇਰੇ ਨਾਲ। ਉਹਨਾਂ ਨੇ ਸਪੀਕਰ ਔਨ ਕਰਕੇ ਤੇ ਗੱਲ ਕੀਤੀ ਤੇ ਮੈਂ ਇਹਨਾਂ ਨੂੰ ਕਿਹਾ, ਮੈਂ ਬੇਟਾ ਗੱਲ ਇਹ ਆ ਵੀ ਸਾਡਾ ਵਿਸ਼ਾ ਤਾਂ ਮਨ ਨੂੰ ਚੁੱਪ ਕਰਾਉਣ ਦਾ ਹੈ। ਮੂੰਹ ਨੂੰ ਤਾਂ ਅਸੀਂ ਚੁੱਪ ਕਰਾ ਲਾਂ, ਚਲੋ ਮੈਂ ਬੋਲਣਾ ਨਹੀਂ, ਤੇ ਮਨ ਵਿੱਚੋਂ ਬੋਲਣੋਂ ਚੁੱਪ ਨਹੀਂ ਕਰਨਾ। ਸਾਡਾ ਵਿਸ਼ਾ ਤਾਂ ਮਨ ਨੂੰ ਚੁੱਪ ਕਰਾਉਣ ਦਾ ਹੈ। ਮਨ ਚੁੱਪ ਕਰੇ, ਮਨ ਬਹੁਤਾ ਬੋਲੇ ਨਾ, ਮਨ ਚ ਫੁਰਨੇ ਨਾ ਪੈਦਾ ਹੋ। ਤੇ ਜੇ ਅਸੀਂ ਮਨ ਨੂੰ ਚੁੱਪ ਕਰਾਉਣ ਦਾ ਯਤਨ ਨਹੀਂ ਕਰਦੇ ਤੇ ਮੂੰਹ ਤੇ ਪੱਟੀ ਵੀ ਬੰਨ ਲਈ ਬੇਸ਼ੱਕ, ਉਹ ਫਿਰ ਕਰਮ ਕਾਂਡ ਬਣ ਕੇ ਰਹਿ ਜਾਏਗਾ, ਪੱਲੇ ਕੱਖ ਨਹੀਂ ਪੈਣਾ। ਇੱਕ ਰੰਗੀ ਰੂਹ ਦਾ ਵੀ ਮੈਨੂੰ ਫੋਨ ਸੀ, ਉਸੇ ਸ਼ਹਿਰ ਚੋਂ ਜਾਇਆ, ਅੱਜ ਦੀ ਗੱਲ ਹੀ ਹੈ। ਉਸ ਭਾਗਾਂ ਵਾਲੀ ਰੂਹ ਨੇ ਮੈਨੂੰ ਕਿਹਾ, ਕਹਿੰਦੇ ਵੀ ਮੈਨੂੰ ਅੱਜ ਕੱਲ੍ਹ ਦਾ ਤਕਰੀਬਨ ਰੋਜ਼ ਵਾਂਗੂ 40 ਮੁਕਤਿਆਂ ਦੇ ਦਰਸ਼ਨ ਹੋ ਰਹੇ ਆ। 40 ਮੁਕਤਿਆਂ ਦੇ ਦਰਸ਼ਨ ਹੋ ਰਹੇ ਆ ਤੇ ਮਹਾਂਪੁਰਖਾਂ ਦੇ ਦਰਸ਼ਨ ਹੋ ਰਹੇ ਆ। ਤੇ ਮੈਂ ਬੇਨਤੀ ਕੀਤੀ, ਮੈਂ ਕਿਹਾ ਵੀ ਇਹ ਸਾਡੇ ਸਤਿਗੁਰਾਂ ਦੇ ਬਚਨ ਨੇ, ਕਬੀਰ ਸਾਹਿਬ ਜੀ ਦੇ ਬਚਨ ਨੇ। ਕਬੀਰ ਸੁਪਨੇ ਹੂੰ ਬਰਨਾਏ ਕਹਿ ਮੁਖ ਨਿਕਸੈ ਰਾਮ, ਜਿਹਦੇ ਸੁਪਨੇ ਚ ਬਰਨਾ ਕੇ ਵੀ ਮੂੰਹ ਦੇ ਵਿੱਚੋਂ ਰਾਮ ਨਿਕਲੇ। ਕਹਿੰਦੇ ਕਿਤੇ ਮੇਰੇ ਤਨ ਦੀ ਜੁੱਤੀ ਬਣ ਕੇ ਉਹਦੇ ਪੈਰਾਂ 'ਚ ਪੈ ਜਾਏ ਤੇ ਮੈਂ ਭਾਗਾਂ ਵਾਲਾ ਹੋ ਜਾ। ਐਡੀ ਵੱਡੀ ਅਵਸਥਾ ਹੈ ਜਿਹਨੂੰ ਰੱਬ ਦੇ ਨਾਂ ਦਾ ਸੁਪਨਾ ਹੀ ਆ ਜਾਏ, ਸੁਪਨੇ ਦੇ ਵਿੱਚ ਹੀ ਰੱਬ ਰੱਬ ਕਰ ਲਵੇ, ਏਡੀ ਵੱਡੀ ਅਵਸਥਾ ਹੈ। ਇਹ ਗੁਰੂ ਪਿਆਰੇ ਸੁਪਨਾ ਜਿਹਨੇ ਸਾਰਾ ਦਿਨ ਲੋਭ ਲਾਲਚ ਨਾਲ ਜੁੜ ਕੇ ਸੋਚੀ ਜਾਣਾ, ਫੁਰਨੇ ਬਣਾਈ ਜਾਣੇ, ਉਹਨੂੰ ਸੁਪਨੇ ਏਦਾਂ ਨਹੀਂ ਆਉਣੇ। ਜਿਨ੍ਹਾਂ ਨੇ ਸਾਰਾ ਦਿਨ ਬਾਣੀ ਪੜ੍ਹਨੀ ਹੈ ਨਾ, ਜਿਹਨਾਂ ਸਾਰਾ ਦਿਨ ਸੇਵਾ ਕਰਨੀ ਹੈ, ਬਾਣੀ ਪੜ੍ਹਨੀ ਹੈ, ਰੱਬ ਰੱਬ ਕਰਨਾ, ਉਹਨਾਂ ਨੂੰ ਸੁਪਨੇ ਰਾਤ ਨੂੰ ਏਦਾਂ ਦੇ ਆਉਂਦੇ ਆ। ਸੋ ਇਸ ਵਾਸਤੇ ਸਤਿਗੁਰੂ ਕਿਰਪਾ ਕਰਨ, ਇਹ ਅਸੀਂ ਦੁਨਿਆਵੀ ਮੰਗਾਂ, ਦੁਨਿਆਵੀ ਡਿਮਾਂਡਾਂ ਮੰਗਣੀਆਂ ਬੰਦ ਕਰੀਏ ਤੇ ਗੁਰੂ ਨੂੰ ਕਹੀਏ, ਸੱਚੇ ਪਾਤਸ਼ਾਹ ਮੈਨੂੰ ਤੂੰ ਚਾਹੀਦਾ, ਮੈਨੂੰ ਤੇਰਾ ਨਾਮ ਚਾਹੀਦਾ। ਜੇ ਕੋ ਖਾਵੇ ਜੇ ਕੋ ਭੁੰਚੈ, ਭੁੰਚਣ ਦਾ ਮਤਲਬ ਤਾਂ ਪਹੁੰਚਾਉਣਾ। ਨਾਮ ਜਪਣ ਵਾਲੇ ਬਹੁਤ ਨੇ, ਪਹੁੰਚਾਉਣ ਵਾਲਾ ਨਹੀਂ ਲੱਭਦਾ। ਪਹੁੰਚਾਉਣ ਤੋਂ ਭਾਵ ਕੀ ਹੈ ਕਿ ਜਿਹੜੀ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਕਰਨਾ, ਫਿਰ ਨਿੰਦਿਆ ਨਹੀਂ ਕਰਨੀ ਕਿਸੇ ਦੀ, ਕਿਸੇ ਨੂੰ ਬੁਰਾ ਨਹੀਂ ਕਹਿਣਾ, ਕਿਸੇ ਨੂੰ ਈਰਖਾ ਦੇ ਬਚਨ ਨਹੀਂ ਕਹਿਣੇ, ਕਿਸੇ ਨਾਲ ਵਿਰੋਧ ਨਹੀਂ ਕਰਨਾ, ਕਿਸੇ ਦਾ ਕਿਸੇ ਨਾਲ ਈਰਖਾ ਨਹੀਂ ਕਰਨੀ, ਕਿਸੇ ਨਾਲ ਸਾੜਾ ਨਹੀਂ ਕਰਨਾ, ਕਿਸੇ ਨਾਲ ਦਵੈਸ਼ ਨਹੀਂ ਕਰਨੀ। ਇਹ ਪਹਿਰਾ, ਇਹ ਪਰਹੇਜ਼ ਹੈ। ਜਦੋਂ ਅਸੀਂ ਇਦਾਂ ਦੀ ਸੋਚ ਸਮਝ ਬਣਾ ਕੇ ਰੱਬ ਨਾਲ ਜੁੜਾਂਗੇ ਤੇ ਅਵਸ਼ ਸਾਡੇ ਰੋਗ ਵੀ ਮਿਟ ਜਾਣਗੇ ਔਰ ਸਾਡੇ ਸੋਗ ਵੀ ਮਿਟ ਜਾਣਗੇ। ਸਤਿਗੁਰੂ ਕਿਰਪਾ ਕਰਨ। ਇੰਨੀਆਂ ਬੇਨਤੀਆਂ ਆਪ ਪ੍ਰਵਾਨ ਕਰਿਓ। ਆਓ 2 ਮਿੰਟ ਆਪਾਂ ਉਹ ਅਭਿਆਸ ਜਿਹੜਾ ਪਹਿਲੋਂ ਵੀ ਕੀਤਾ, ਆਓ ਇੱਕ ਵਾਰੀ ਫੇਰ ਕਰੀਏ। ਤੇ ਮੇਰੀ ਬੇਨਤੀ ਜ਼ਰੂਰ ਪੱਲੇ ਬੰਨਿਓ, ਤੁਰੇ ਫਿਰਦੇ ਵੀ ਰੱਬ ਰੱਬ ਕਰਿਆ ਕਰੋ, ਵਾਹਿਗੁਰੂ ਵਾਹਿਗੁਰੂ ਕਰਿਆ ਕਰੋ। ਘਰਾਂ ਦੇ ਕੰਮ ਕਾਰ ਕਰਦੇ ਆਪਾਂ, ਘਰਾਂ 'ਚ ਸਾਡੀਆਂ ਧੀਆਂ ਭੈਣਾਂ
प्रशादा पानी बनाउंदी है, मूल मंत्र का पाठ करना, कोई पहाड़ चुकना नहीं, वाहिगुरू वाहिगुरू करी जाना, राम राम करी जाना, प्रशादा पानी बनाई जाना। तुहाडे बच्चे कदे कुराए नहीं पैणगे जे इदां दा प्रशादा बना के छकाओगे ना, कदे किराए नहीं पैणगे, कदे माड़ी संगत विच नहीं पैणगे, कदे तुहाडा बुरा नहीं हो सकता जे तुसीं इदां दा करना। कदे तुहाडे शरीर नूं रोग नहीं लगणगे, ਜਿਹੜੇ रोग लगे ने ठीक हो जाएंगे समझो। पर ऐ ना होवे किते भी एक पासे किसी नाल ईर्खा करी जाइए, किसी नाल साड़ा करी जाइए, किसी नाल द्वेष करी जाइए। ते अज घर दे विचों लामे मिलदे आ, बजुर्गां दी बेकदरी कीती पई असीं घरां दे विच, बजुर्गों की असीं लाह करते हैं। असीं कहते साडे बच्चे साऊ निकल ते नहीं निकलते, गुरु बच्चे साऊ नहीं निकलते, बच्चे तुहाडा भी सिरा निकल लगे। सो इस वास्ते असीं अपनी सुरत नूं संभालीए। कहते फरीदा बुरे दा भला कर, गुस्सा मन ना हटाए, देही रोग न लगाई, पल्ले सब किश पाए। कहते तुम दूजे का भला पर का बुरा न रखो जीत, तुमको दुख ना ही भाई मीत। दूजे का बुरा मन च ना रखो, तुहाडा बुरा कदे नहीं हो सकता। बेनती करांगा गुरु को संगत करया करो। गुरु नानक की संगत विच सारियां बरकतां ते रहमतां ने। संगत तो बिना साडे पल्ले कुछ नहीं पैना। बड़े ने इदां दे जिहड़े अपने घरां च बैठे कहंदे वे तां बड़ा नाम जपदे आ जी, बड़ा नितनेम करदे, बड़े धर्मी आ, पर इदां उत्थे जाके पता लगना उत्थे सच्चो ही सच निबड़े चुड़ वक गड्ढे च जमा लिया। थाओ ना पाइन कूड़े यार मोह काले, दो जग चालिया तेरे नाए रत्ते सेजण गए, हार गए से ठगण वालिया, लिख नाम है धर्म बहालिया। उत्थे भाई धर्म बैठा है ते धर्म दे विचों सच्चियां नूं प्राप्ति होनी है, दोगलियां नूं प्राप्ति नहीं होनी चाहिए। ਜਿਹੜੇ ਅਸੀਂ ਦੋਗਲੇ ਆ, ਦੋਗਲਿਆਂ ਨੂੰ ਪ੍ਰਾਪਤੀ ਨਹੀਂ ਹੋਣੀ। ਸਾਨੂੰ ਇੱਕ ਹੋਣਾ ਪੈਣਾ, ਅੰਦਰੋਂ ਸ਼ੁੱਧ ਹੋਣਾ ਪੈਣਾ। ਗੁਰੂ ਦੇ ਬਚਨਾਂ ਤੇ ਪਹਿਰਾ ਰਹਿਣੀ ਰਹੇ, ਸੋਈ ਸਿੱਖ ਮੇਰਾ ਸੋ ਸਾਹਿਬ। ਮੈਂ ਉਸ ਦਾ ਚਿਹਰਾ ਆਓ ਸਿਰਫ 1 ਮਿੰਟ ਉਹ ਵਾਹਿਗੁਰੂ ਦੇ ਸਿਮਰਨ ਨੂੰ ਯਾਦ ਕਰਕੇ ਆਪਾਂ ਖਿਮਾ ਦੇ ਜਾਚਕ ਹੋਈਏ। ਸਮਾਂ ਪੂਰਾ ਹੋ ਗਿਆ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ, ਭੁੱਲਾਂ ਦੀ ਖਿਮਾ ਕਰੋ, ਕਿਰਪਾ ਕਰੋ। ਵਾਹਿਗੁਰੂ 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 ਵਾਹਿਗੁਰੂ। ਲਾਸਟ ਬੇਨਤੀ ਕਰਾਂ ਗੁਰਮੁਖੋ, ਜਦੋਂ ਸੁਰਤੀ ਜੁੜ ਗਈ ਨਾ ਤੁਹਾਡੀ, ਜਿਵੇਂ ਮੈਂ ਬੇਨਤੀ ਕੀਤੀ ਵੀ ਗੁਰੂ ਘਰੇ ਆਪਣੀ ਸੁਰਤੀ ਨੂੰ ਲੈ ਜਾਓ, ਦੁਗਨਾ ਸਾਹਿਬ ਲੈ ਜਾਓ, ਆਪਣੇ ਮਹੱਲੇ ਵਾਲੇ ਗੁਰਦੁਆਰੇ ਲੈ ਜਾਓ, ਗੁਰੂ ਦੀ ਹਜ਼ੂਰੀ ਵਿੱਚ ਲੈ ਜਾਓ ਆਪਣੀ ਸੁਰਤੀ ਨੂੰ, ਤੇ ਨਾਲੇ ਵਾਹਿਗੁਰੂ ਵਾਹਿਗੁਰੂ ਜਪੋ। ਕਈ ਵਾਰੀ ਜਦੋਂ ਰੰਗ ਲੱਗਣ ਤੇ ਆਇਆ ਨਾ, 15 ਮਿੰਟਾਂ 'ਚ ਇੰਨਾ ਵਿਰਾਗ ਆ ਜਾਏਗਾ ਕਿ ਤੁਹਾਡੇ ਕੋਲੋਂ ਵਾਹਿਗੁਰੂ ਜਾਪ ਛੱਡਿਆ ਹੀ ਨਹੀਂ ਜਾਣਾ। ਕਈ ਘੰਟੇ ਫਿਰ ਵਾਹਿਗੁਰੂ ਵਾਹਿਗੁਰੂ ਚੱਲੇਗਾ। ਜਦੋਂ ਇੱਦਾਂ ਰੰਗ ਲੱਗਦਾ ਨਾ, ਫਿਰ ਅੱਗੇ ਬਰਕਤਾਂ ਪੈਣੀਆਂ ਸ਼ੁਰੂ ਹੁੰਦੀਆਂ ਨੇ। ਅਸੀਂ ਗੱਲਾਂ ਬਾਤਾਂ ਨਾਲ ਗੱਲੀ ਬਾਤੀ, ਮੈਂ ਵੱਡੀ ਕਰਤੂਤੀ ਵੱਡੀ ਜਠਾਣੀ, ਇਹ ਅਖਾਣ ਪੜ੍ਹਿਆ। ਅਸੀਂ ਗੱਲਾਂ ਬਾਤਾਂ ਨਾਲ ਸਿੱਖੀ ਨੂੰ ਕਮਾਉਣਾ ਚਾਹੁੰਦੇ ਹਾਂ। ਗੱਲਾਂ ਬਾਤਾਂ ਨਾਲ ਸਿੱਖੀ ਨਹੀਂ ਕਮਾਈ ਜਾਣੀ, ਸਾਨੂੰ ਅੰਦਰੋਂ ਜ਼ਹਿਰ ਕੱਢਣਾ ਪੈਣਾ। ਜਿਹੜਾ ਅਸੀਂ ਆਪਣੀ 2 ਜੀਅ ਹੁੰਦੇ ਪਰਿਵਾਰ 'ਚ, ਜਾਂ 4 ਲਾ ਲਓ, ਚਲੋ 2 ਬੱਚੇ ਤੇ 2 ਮਾਂ-ਬਾਪ, ਕੋਈ ਵਿਰਲਾ ਪਰਿਵਾਰ ਆ ਜਿਹਦੇ 'ਚ ਦਾਦੀ ਦਾਦਾ ਬੈਠਾ ਹੋਵੇ, ਨਹੀਂ ਤੇ 4 ਜਾਂ 5 ਜੀਅ ਹੱਦ ਨੇ। ਤੇ 4-5 ਜੀਆਂ ਦੇ ਵਿੱਚ ਐਸਾ ਜੰਗ ਚੱਲਦਾ ਨਾ,
ਵੇਖਣ ਵਾਲਾ ਹੁੰਦਾ। ਤਮਾਸ਼ਾ ਬਣੇ ਹੁੰਦੇ ਉਸ ਵਕਤ ਅਸੀਂ ਕਿ ਆਪਣੇ ਆਪ ਨੂੰ ਬੜਾ ਸਿਆਣਾ, ਬੜਾ ਸੁਲਝਿਆ ਹੋਇਆ ਮਨੁੱਖ ਗਿਣਦੇ ਆ ਕਿ ਉੱਥੇ ਉਲਝੇ ਹੋਏ। ਉਹ ਭਲਿਆ ਤੂੰ ਅੰਦਰੋਂ ਸ਼ਾਂਤ ਹੋ, ਅੱਗੇ ਵਾਲਾ ਪਰੇਸ਼ਾਨ ਹੈ। ਜੇ ਤੂੰ ਸ਼ਾਂਤ ਹੋ ਜਾਏਗਾ ਨਾ ਤੇ ਅੱਗੇ ਵਾਲਾ ਵੀ ਆਪਣੇ ਆਪ ਸ਼ਾਂਤ ਹੋ ਜਾਏਗਾ। ਹੁਣ ਤੂੰ ਕਹਿੰਦੇ ਪਹਿਲਾਂ ਉਹ ਸ਼ਾਂਤ ਹੋ, ਮੈਂ ਤਾਂ ਸ਼ਾਂਤ ਹੋਊਗਾ। ਆਹ ਸ਼ਰਤਾਂ ਨਹੀਂ ਪੁੱਗਦੀਆਂ। ਇੱਥੇ ਦਾ ਆਪਣਾ ਆਪ ਸਵਾਰਨਾ ਪੈਣਾ, ਦੂਜੇ ਨੂੰ ਸਵਾਰਨ ਦਾ ਧਾਰਾ ਬਾਬੇ ਕਿਰਪਾ ਕਰੇ। ਕਿਸੇ ਨੂੰ ਬਦਲਿਆ ਨਹੀਂ ਜਾ ਸਕਦਾ। ਤਾਂ ਸੰਗਤ ਕੁਰਬਾਨ ਜਾਈਏ ਗੁਰੂ ਨਾਨਕ ਦੀ ਸੰਗਤ ਤੋਂ, ਜਿਹੜੀ ਸੰਗਤ ਵਿੱਚ ਬਹਿ ਕੇ ਮਨਮੁਖ ਗੁਰਮੁਖ ਬਣ ਜਾਂਦੇ ਆ। ਪਾਪੀਆਂ ਤੋਂ ਪੁੰਨੀ ਬਣ ਜਾਈਦਾ ਹੈ, ਪਾਪੀਆਂ ਤੋਂ ਭਗਤ ਬਣ ਜਾਈਦਾ ਹੈ। ਇਹ ਤਾਂ ਬਾਹਰੇ ਜਾਈਏ ਗੁਰੂ ਨਾਨਕ ਦੀ ਸੰਗਤ ਤੋਂ। ਹੋਰ ਕੋਈ ਥਾਂ ਨਹੀਂ ਜਿੱਥੇ ਸਾਡਾ ਸੁਭਾਅ ਬਦਲ ਸਕੇ, ਜਿੱਥੇ ਸਾਡਾ ਜੀਵਨ ਬਦਲ ਸਕੇ। ਇਕੱਲੀ ਗੁਰੂ ਨਾਨਕ ਦੀ ਸੰਗਤ ਹੈ ਜਿੱਥੇ ਜੀਵਨ ਬਦਲ ਸਕਦਾ ਹੈ। ਸੋ ਵੱਧ ਤੋਂ ਵੱਧ ਸਮਾਂ ਕੱਢੀਏ, ਸੰਗਤ ਕਰੀਏ। ਇਹਦੀਆਂ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਖਿਮਾ ਕਿਰਪਾ ਕਰੋ ਜੀ। ਸ਼ਲੋਕ ਪਵਨ ਗੁਰੂ ਪਾਣੀ ਪਿਤਾ